ਸਾਡੇ ਸੱਦੇ ਤੇ ਆਏ ਦਾ ਧੰਨਵਾਦ। ਮੈਂ ਰੂਬਰੂ ਕਰਾ ਦਿਆਂ ਜਿਹੜੇ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਪ੍ਰੈਸ ਕਾਨਫਰੰਸ ਲਈ ਆਏ ਹਾਂ। ਮੇਰੇ ਨਾਲ ਬੈਠੇ ਨੇ ਅਸ਼ਪ੍ਰੀਤ ਸਿੰਘ ਖੜਿਆਲ ਜੀ, ਸਾਡੇ ਸਪੋਕਸਪਰਸਨ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਨਾਲ ਮੇਰੇ ਲੈਫਟ ਸਾਈਡ ਦੇ ਉੱਤੇ ਜਸਪ੍ਰੀਤ ਸਿੰਘ ਗਿੱਲ ਸਾਹਿਬ ਨੇ, ਸਾਡੇ ਬਲਾਕ ਕਾਂਗਰਸ ਕਮੇਟੀ ਮੁਹਾਲੀ ਦੇ ਸ਼ਹਿਰੀ ਦੇ ਪ੍ਰਧਾਨ, ਤੇ ਨਾਲ MC ਵੀ ਨੇ। ਨਾਲ ਸਾਡੇ ਜਸਦੀਪ ਜੱਸੀ ਜੀ ਵੱਲੋਂ ਮਾਜਰਾ ਸਾਹਿਬ, ਸਾਡੇ ਬਲਾਕ ਕਾਂਗਰਸ ਕਮੇਟੀ ਜਿਹੜੀ ਦਿਹਾਤੀ ਹੈ ਮੁਹਾਲੀ ਉਹਦੇ ਪ੍ਰਧਾਨ ਨੇ। ਮੈਂ ਨਾਲੇ ਸਰਪੰਚ ਵੀ ਨੇ ਮੌਜੂਦਾ। ਮੈਂ ਦੀਪਿੰਦਰ ਸਿੰਘ ਰੰਧਾਵਾ ਇਸ ਵੇਲੇ ਹਲਕਾ ਜਿਹੜਾ ਮੁਹਾਲੀ ਹੈ ਉਹਦਾ ਕੋਆਰਡੀਨੇਟਰ ਇੰਚਾਰਜ ਹਾਂ ਜੀ। ਸਾਥੀਓ, ਅੱਜ ਅਸੀਂ ਸਾਰੇ ਤੁਹਾਡੇ ਕੋਲ ਸੰਵਿਧਾਨ ਬਚਾਓ ਮਾਰਚ ਦੇ ਸੰਦਰਭ ਦੇ ਵਿੱਚ ਪਹੁੰਚੇ ਹਾਂ। ਮੈਂ ਦੋ ਗੱਲਾਂ ਇੱਥੇ ਤੁਹਾਡੇ ਕੋਲ ਸ਼ੁਰੂਆਤ ਕਰਾਂਗਾ। ਮੇਰੇ ਹੱਥ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਹੈ, ਜਿਹਨੂੰ ਬੜੇ ਹੀ ਜ਼ੋਰ ਤੋਂ ਬਾਅਦ ਦੇਸ਼ ਦੀ ਆਜ਼ਾਦੀ ਲੈਣ ਤੋਂ ਬਾਅਦ ਸਾਡੇ ਦੇਸ਼ ਦੇ ਜਿਹੜੇ ਗਾਂਹ ਵਧੂ ਲੀਡਰ ਸਨ, ਸੋਚ ਵਾਲੇ ਸਨ, ਉਹਨਾਂ ਦੀ ਸਾਰਿਆਂ ਦੀ ਮਿਹਨਤ ਦੇ ਨਾਲ ਇਹ ਕਨਸਟੀਟਿਊਸ਼ਨ ਬਣੀ ਗਈ ਸੀ। ਅੰਬੇਦਕਰ ਸਾਹਿਬ ਨੇ ਕਿਹਾ ਸੀ ਇਹ ਲਿਵਿੰਗ ਕਨਸਟੀਟਿਊਸ਼ਨ ਹੈ, ਇੱਕ ਲਿਵਿੰਗ ਬੀਇੰਗ ਹੈ। ਇਹ ਜਿੰਨੀ ਵਾਰੀ ਸੰਸ਼ੋਧਨ ਹੋਏਗਾ ਉਨੀ ਵਾਰੀ ਮੈਨੂੰ ਅੱਛਾ ਲੱਗੇਗਾ, ਕਿਉਂਕਿ ਇਹਦਾ ਮਤਲਬ ਕਿ ਲੋਕੀ ਵਿਚਾਰ ਰੱਖਦੇ ਹੈ ਤੇ ਫ੍ਰੀ ਵਿਲ ਤੇ ਫਰੀडम ਆਫ ਐਕਸਪ੍ਰੈਸ਼ਨ ਨੂੰ ਉਹ ਯੂਜ਼ ਕਰਦੇ ਨੇ। ਸੋ ਮੈਂ ਇਸ ਕਾਨਫਰੰਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿਹੜਾ ਪ੍ਰੀਐਂਬਲ ਸਾਡਾ ਪਹਿਲਾ ਹਿੱਸਾ ਕਨਸਟੀਟਿਊਸ਼ਨ ਦਾ ਉਹਨੂੰ ਮੈਂ ਪੜ੍ਹਨਾ ਚਾਹਾਂਗਾ। ਅਸ਼ਦੀਪ ਜੀ, ਫਿਰ ਮੈਂ ਅਸ਼ਪ੍ਰੀਤ ਜੀ, ਮੈਂ ਫਿਰ ਉਹ ਕਰਕੇ ਫਿਰ ਆਪਾਂ ਅੱਗੇ ਆਪਣੀ ਗੱਲ ਕਰਾਂਗੇ। ਜ਼ਰੂਰ। ਸੋ ਪ੍ਰੀਐਂਬਲ ਕਹਿੰਦਾ ਹੈ, ਵੀ ਦ ਪੀਪਲ ਆਫ ਇੰਡੀਆ having solemnly resolved to constitute India into a sovereign, democratic, socialist, secular democratic republic, and to secure to all its citizens justice, social, economic and political, liberty of thought, expression, belief, faith and worship, equality of status and of opportunity, and to promote among them all fraternity, assuring the dignity of the individual and the unity of integrity of the nation. In our Constituent Assembly, this 26th day of November 1949, do hereby adopt, enact and give to ourselves this Constitution. Preamble ਪੜ੍ਹਨ ਦਾ ਇੱਕ ਮੇਰਾ ਖਾਸ ਸੰਦਰਭ ਹੈ, ਉਹ ਇਹ ਹੈ, ਅਸੀਂ ਇੱਕ ਆਜ਼ਾਦ ਦੇਸ਼ ਦੇ ਵਾਸੀ, ਬੜੀਆਂ ਸ਼ਹਾਦਤਾਂ ਤਸ਼ੱਦਦਾਂ ਸਹਿਣ ਤੋਂ ਬਾਅਦ ਸਾਨੂੰ ਇਹ ਜਿਹੜਾ ਮੁਲਕ ਸਾਡਾ ਆਜ਼ਾਦ ਹੋਇਆ। ਪੰਜਾਬ ਦਾ ਇਹਦੇ 'ਚ ਬਹੁਤ ਵੱਡਾ ਹਿੱਸਾ ਹੈ ਤੇ ਅੱਜ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਐਸੇ ਕਨਸਟੀਟਿਊਸ਼ਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਮੌਜੂਦਾ ਸਰਕਾਰ ਕਰ ਰਹੀ। ਸਾਡੀ ਫਰੀडम ਆਫ ਐਕਸਪ੍ਰੈਸ਼ਨ, ਸਾਡੀ ਆਜ਼ਾਦ ਹੋਣ ਦੀ ਜਿਹੜੀ ਇਹ ਫੀਲਿੰਗ ਹੈ, ਇਹ ਅਹਿਸਾਸ ਹੈ, ਉਹਨੂੰ ਹੀ ਅੱਜ ਖਤਰਾ ਹੋ ਗਿਆ। ਮੈਂ ਸ਼ੁਰੂਆਤ ਕਰਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਦੇ ਲਈ ਕਿ ਜੋ ਘਟਨਾਕ੍ਰਮ ਦੀ ਸਮਾਂ ਰਿਹਾ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ। ਸ਼੍ਰੀ ਰਾਹੁਲ ਗਾਂਧੀ ਜੀ ਨੂੰ ਜਿਹੜਾ ਇਹਨਾਂ ਨੇ ਐਮਪੀਸ਼ਿਪ ਤੋਂ ਉਹਨਾਂ ਦੀ ਤੋਂ ਬਰਖਾਸਤ ਕੀਤਾ ਗਿਆ। ਮੈਂ ਥੋੜ੍ਹਾ ਜਿਹਾ ਘਟਨਾਕ੍ਰਮ ਪਿੱਛੇ ਜਾਣਾ ਚਾਹੁੰਦਾ। 13 ਅਪ੍ਰੈਲ 2019 ਨੂੰ ਸ਼੍ਰੀ ਰਾਹੁਲ ਗਾਂਧੀ ਜੀ ਕੋਲਾਰ ਕਰਨਾਟਕਾ ਦੇ ਵਿੱਚ ਇੱਕ ਸਪੀਚ ਦਿੰਦਿਆਂ ਇੱਕ ਲਾਈਨ ਬੋਲੀ ਸੀ ਉਸ ਸਪੀਚ ਦੇ ਵਿੱਚ, ਜਿਨ੍ਹਾਂ 'ਚ ਉਹਨਾਂ ਨੇ ਕਿਹਾ ਸੀਗਾ ਕਿ ਪਤਾ ਨਹੀਂ ਦੇਸ਼ ਨੂੰ ਲੁੱਟਣ ਵਾਲੇ ਚੋਰਾਂ ਦੇ ਪਿੱਛੇ ਮੋਦੀ ਜ਼ਿਆਦਾਤਰ ਕਿਉਂ ਲੱਗਿਆ ਹੈ। ਉਹਨਾਂ ਦਾ ਸੰਦਰਭ ਨੀਰਵ ਮੋਦੀ, ਲਲਿਤ ਮੋਦੀ ਤੇ ਮੈਂ ਸਾਡੇ ਜਿਹੜੇ PM ਸਾਹਿਬ ਨੇ ਨਰਿੰਦਰ ਮੋਦੀ ਜੀ ਦੇ ਨਾਲ ਸੀ। ਉਹਦੇ ਵਿੱਚ ਕਿਤੇ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਸੀ ਕਿ ਮੈਂ ਸਾਰੇ ਮੋਦੀਆਂ ਨੂੰ ਇਹ ਗੱਲ ਕਹਿ ਰਿਹਾ। ਉਹ ਇੱਕ ਆਪਾਂ ਵਾਕ ਲਿਆ ਸੀਗਾ। 16 ਅਪ੍ਰੈਲ 2019 ਨੂੰ BJP ਦੇ ਜਿਹੜੇ ਵਿਧਾਇਕ ਸੀਗੇ ਗੁਜਰਾਤ ਦੇ, ਪੁਰਨੇਸ਼ ਭੂਤਵਾਲਾ, ਜੋ ਕਿ ਅੱਜ ਤੱਕ ਉਹਨਾਂ ਨੇ ਭੂਤਵਾਲਾ ਲਿਖਿਆ, ਪਰ ਉਹਨਾਂ ਦੀ ਸ਼੍ਰੀ ਰਾਹੁਲ ਗਾਂਧੀ ਜੀ ਦੀ ਇਹ ਸਪੀਚ ਤੋਂ ਬਾਅਦ ਤੇ ਆਪਣੀ ਹਾਈ ਕਮਾਂਡ ਦੇ ਨਾਲ ਸਲਾਹ ਤੋਂ ਬਾਅਦ ਉਹਨਾਂ ਨੇ ਆਪਣੇ ਮਗਰ ਮੋਦੀ ਲਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਇੱਕ ਗੁਜਰਾਤ ਦੇ ਵਿੱਚ ਮਾਨਹਾਨੀ ਦਾ ਕੇਸ ਦਰਜ ਕੀਤਾ। ਉਹਦੇ ਬਾਰੇ
ਜਿਹੜੇ ਅਰਸ਼ਪ੍ਰੀਤ ਜੀ ਉਹ ਜ਼ਿਆਦਾ ਵਿਸਤਾਰ ਨਾਲ ਤੁਹਾਨੂੰ ਦੱਸਣਗੇ। 29 ਅਕਤੂਬਰ 2021 ਨੂੰ ਇਸ ਕੇਸ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਨੇ ਆਪਣਾ ਪੱਖ ਰੱਖਿਆ, ਬਿਆਨ ਦਰਜ ਹੋਏ। 7 ਮਾਰਚ 2022 ਨੂੰ ਸ਼ਿਕਾਇਤਕਰਤਾ ਨੇ, ਪਹਿਲੀ ਵਾਰੀ ਇਦਾਂ ਹੋਇਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਜਿਹੜੀ ਹੈਗੀ ਹੈ ਗੁਜਰਾਤ ਹਾਈ ਕੋਰਟ ਦੇ ਵਿੱਚ ਸਟੇ ਲਿਆ ਤੇ ਮੰਗ ਕੀਤੀ ਤੇ ਹਾਈ ਕੋਰਟ ਨੇ ਸਟੇ ਦੇ ਵੀ ਦਿੱਤਾ। ਫਿਰ ਉਸ ਤੋਂ ਬਾਅਦ 7 ਫਰਵਰੀ 2023 ਨੂੰ ਸ਼੍ਰੀ ਰਾਹੁਲ ਗਾਂਧੀ ਜੀ ਲੋਕ ਸਭਾ ਦੇ ਵਿੱਚ ਭਾਰਤ ਜੋੜੋ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਦੇਸ਼ ਦੀ ਭਾਈਚਾਰੇ ਨੂੰ, ਆਪਸੀ ਦਵੇਸ਼ ਨੂੰ, ਆਪਸੀ ਕਲੇਸ਼ਾਂ ਨੂੰ ਖਤਮ ਕਰਕੇ ਸਾਰੇ ਧਰਮਾਂ ਨੂੰ ਇੱਕ ਕਰਕੇ ਤੋਰਨ ਦੇ ਲਈ ਉਹਨਾਂ ਨੇ ਜਿਹੜਾ 3500 ਕਿਲੋਮੀਟਰ ਦਾ ਜਿਹੜਾ ਸੀਗਾ ਇਹ ਜਿਹੜਾ ਇੱਕ ਲੰਬਾ ਇਹ ਡਿਸਟੈਂਸ ਕਵਰ ਕੀਤਾ ਤੇ ਉਸ ਤੋਂ ਬਾਅਦ ਉਹ ਇੱਥੇ ਪਹੁੰਚੇ ਤੇ ਉੱਥੇ 7 ਫਰਵਰੀ 2023 ਨੂੰ ਸ਼੍ਰੀ ਰਾਹੁਲ ਗਾਂਧੀ ਜੀ ਨੇ ਲੋਕ ਸਭਾ ਦੇ ਵਿੱਚ ਅਡਾਨੀ ਅਤੇ ਪ੍ਰਧਾਨ ਮੰਤਰੀ ਜੀ ਦੇ ਸੰਬੰਧਾਂ ਦੇ ਉੱਤੇ ਸਵਾਲ ਵੀ ਉਠਾਏ ਤੇ ਬੜਾ ਡਿਟੇਲ ਦੇ ਵਿੱਚ ਉਹਨਾਂ ਨੇ ਇਹਦਾ ਜਿਹੜਾ ਵਕਫਾ ਸਾਰਿਆਂ ਦੇ ਸਾਹਮਣੇ ਕੀਤਾ। 16 ਫਰਵਰੀ 2023 ਨੂੰ ਸ਼ਿਕਾਇਤਕਰਤਾ ਜੋ ਕਿ ਪ੍ਰਨੇਸ਼ ਮੋਦੀ ਜੀ, ਜਿਨ੍ਹਾਂ ਨੂੰ ਪ੍ਰਨੇਸ਼ ਭੂਤਵਾਲਾ ਪਹਿਲਾਂ ਇਹਨਾਂ ਦਾ ਨਾਮ ਸੀ, ਹੁਣ ਮੋਦੀ ਬਣ ਗਏ ਨੇ, ਉਹਨਾਂ ਨੇ 1 ਸਾਲ ਬਾਅਦ ਉਹਨਾਂ ਨੂੰ ਹੋਸ਼ ਆਈ ਤੇ ਉਹਨਾਂ ਨੇ ਜਿਹੜੀ ਸਟੇ ਹੈਗੀ ਹੈ ਉਹਦਾ ਉਹਨਾਂ ਨੇ ਫਿਰ ਉਹਨਾਂ ਨੇ ਆਪਣੀ ਸਟੇ ਜਿਹੜੀ ਹੈਗੀ ਉਹਦੀ ਰਿਕੁਐਸਟ ਵਾਪਸ ਲੈ ਕੇ ਉਹ ਕੇਸ ਫਿਰ ਤੋਂ ਖੁਲਵਾਉਣ ਦੀ ਜਿਹੜੀ ਹੈਗੀ ਬੇਨਤੀ ਅਰਜ਼ ਕਰ ਦਿੱਤੀ। 27 ਫਰਵਰੀ 2023 ਨੂੰ ਹੇਠਲੀ ਅਦਾਲਤ ਦੇ ਵਿੱਚ ਇਹ ਸੁਣਵਾਈ ਮਿੜ ਸ਼ੁਰੂ ਹੋਈ ਤੇ 23 ਮਾਰਚ 2023 ਨੂੰ ਜਿਹੜੀ ਇਸ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਜਿਹੜੀ ਅਦਾਲਤ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਦੋਸ਼ੀ ਵੀ ਠਹਿਰਾ ਦਿੱਤਾ। ਆਜ਼ਾਦ ਭਾਰਤ ਵਿੱਚ ਇਹ ਪਹਿਲੀ ਵਾਰੀ ਇਦਾਂ ਹੋਇਆ ਕਿ ਮਾਨਹਾਨੀ ਕੇਸ ਦੇ ਵਿੱਚ 2 ਸਾਲ ਦਾ ਮੁਕੰਮਲ ਸਜ਼ਾ ਸੁਣਾਈ ਗਈ ਹੈ। 24 ਮਾਰਚ 2023 ਨੂੰ ਲੋਕ ਸਭਾ ਸਕੱਤਰੀਅਤ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਜਿਹੜੀ ਹੈਗੀ 24 ਘੰਟਿਆਂ ਦੇ ਅੰਦਰ ਅੰਦਰ ਹੀ ਅਯੋਗ ਕਰਾਰ ਕਰ ਦਿੱਤਾ ਗਿਆ। ਜਦ ਕਿ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਵੀ ਦੱਸਣਾ ਚਾਹੁੰਦਾ ਕਿ 55% ਮੌਜੂਦਾ MP ਬੀਜੇਪੀ ਸਰਕਾਰ ਦੇ, ਇਸ NDA ਸਰਕਾਰ ਦੇ, ਮੈਂ ਬੀਜੇਪੀ ਇਕੱਲੀ ਦੀ ਗੱਲ ਕਰਾਂ, NDA ਨੂੰ ਤਾਂ ਛੱਡ ਹੀ ਦਿਓ, 55% MP ਕ੍ਰਿਮੀਨਲ ਕੇਸਿਸ ਦੇ ਵਿੱਚ ਕੋਗਨਾਈਜ਼ ਨੇ ਤੇ ਉਹਨਾਂ ਤੇ ਕੋਈ ਸਵਾਲ ਨਹੀਂ ਚੱਕ ਸਕਦਾ ਕਿਉਂਕਿ ਉਹ ਮੌਜੂਦਾ ਸਰਕਾਰ ਦੇ ਚਹੀਤੇ ਨੇ ਤੇ ਉਹਨਾਂ ਦੇ ਸਰਕਾਰ ਦੇ ਵਿੱਚ ਬੈਠੇ ਆ। ਤੇ ਜਦ ਕਿ ਇੱਕ ਇਹੋ ਜਿਹਾ ਕੇਸ ਮੈਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕਿ ਇੰਨੀ ਛੇਤੀ ਤਾਂ ਵੈਸੇ ਵੀ ਉਹ ਕਹਿੰਦੇ ਸਾਡੇ ਜੁਡੀਸ਼ੀਅਲ ਸਿਸਟਮ ਬਾਰੇ ਕਿ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਪੇਸ਼ੈਂਸ ਹੈ, ਇਹਨਾਂ ਦੇ ਵਿੱਚ ਮਾਦਾ ਹੈ ਕਿ ਤੁਸੀਂ ਇੱਕ ਵਾਰੀ ਕੇਸ ਪੈ ਗਿਆ ਤੇ ਹਰ ਤਰ੍ਹਾਂ ਦਾ ਤੁਹਾਨੂੰ ਮੌਕਾ ਦੇਣਗੇ ਕਿ ਭਾਈ ਤੁਸੀਂ ਜੇ ਆਪਣੀ ਜਾਨ ਬਚਾ ਸਕਦੇ ਹੋ ਬਚਾ ਲਓ, ਭਾਵੇਂ ਜੀ ਜਿੰਨਾ ਮਰਜ਼ੀ ਵੱਡਾ ਕ੍ਰਿਮੀਨਲ ਵੀ ਹੋਵੇ। ਤੇ ਫਿਰ ਸ਼੍ਰੀ ਰਾਹੁਲ ਗਾਂਧੀ ਜੀ ਵਰਗਾ ਬੰਦਾ ਜਿਹਨੇ ਹਰ ਇੱਕ ਕਦਮ ਆਪਣਾ ਦੇਸ਼ ਦੇ ਲਈ ਲੇਖੇ ਦਿੱਤਾ, ਜਿਹਦਾ ਸਾਰਾ ਪਰਿਵਾਰ ਪੁਸ਼ਤਾਂ ਤੋਂ ਦੇਸ਼ ਦੇ ਲਈ ਸ਼ਹੀਦ ਹੋਇਆ, ਉਹਨੂੰ ਆਪਾਂ ਇੱਕ ਪੋਲੀਟੀਕਲ ਵੈਂਡਾਟਾ ਦੇ ਵਿੱਚ ਲਿਆ ਕੇ, ਕਿਉਂਕਿ ਉਹ ਲੋਕਾਂ ਦੇ ਵਿੱਚ ਪਪੂਲਰ ਸੀਗਾ, ਇਹ ਕਰਤੂਤ ਕੀਤੀ ਗਈ ਤੇ ਉਹਨਾਂ ਨੂੰ ਕੇਸ ਕੀਤਾ ਗਿਆ। ਕਾਰਨ ਸਿਰਫ ਇੱਕੋ ਹੀ ਸੀਗਾ ਕਿਉਂਕਿ ਹਿਡਨਬਰਗ ਦੀ ਜਿਹੜੀ ਰਿਪੋਰਟ ਆਈ ਸੀ ਉਸ ਤੋਂ ਬਾਅਦ ਅਡਾਨੀ ਦਾ ਜਿਹੜਾ ਅਸਲੀ ਚਿਹਰਾ ਸੀਗਾ ਮੋਦੀ ਜੀ ਦੇ ਨਾਲ ਉਹ ਸਾਰਿਆਂ ਦੇ ਸਾਹਮਣੇ ਸਾਫ਼ ਆ ਗਿਆ ਸੀ ਤੇ ਸਾਡੀ ਇੱਕ ਰਵਾਇਤ ਬਣ ਗਈ ਹੈ, ਪੰਜਾਬ ਦੇ ਵਿੱਚ ਵੀ ਸੀਗੀ, ਪੁਰਾਣੀਆਂ ਸਰਕਾਰਾਂ ਕਰਦੀਆਂ ਸੀ ਕਿ ਜਦ ਵੀ ਇੱਕ ਮੁੱਦਾ ਸਾਹਮਣੇ ਆਉਂਦਾ ਤੇ ਲੋਕਾਂ ਨੂੰ ਉਹ ਮੁੱਦਾ ਭੁਲਾਉਣ ਦੀ ਲਈ ਉਸ ਤੋਂ ਵੀ ਵੱਡਾ ਇੱਕ ਮੁੱਦਾ ਪੇਸ਼ ਕੀਤਾ ਜਾਂਦਾ। ਇਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਉਹਨਾਂ ਨੇ ਇਹ ਕੇਸ ਕਰ ਦਿੱਤਾ ਗਿਆ ਤਾਂ ਕਿ ਜਿਹੜਾ ਅਡਾਨੀ ਦਾ ਰੌਲਾ ਪਿਆ ਸੀਗਾ ਸ਼ੈਲ ਕੰਪਨੀਆਂ ਦਾ ਉਹ ਖਤਮ ਹੋਵੇ। ਮੈਂ ਇਸ ਤੋਂ ਬਾਅਦ ਜਿਹੜੀ ਗੱਲ ਹੈਗੀ ਹੈ ਉਹ ਕੰਟੀਨਿਊ ਕਰਨ ਨੂੰ ਕਹਾਂਗਾ ਅਰਸ਼ਪ੍ਰੀਤ ਜੀ ਨੂੰ ਕਿ ਅੱਗੇ ਇਹਦੇ ਉੱਤੇ ਜਿਹੜੀ ਸਿਆਸੀ ਨੁਕਤੇ ਨੇ ਉਹਨਾਂ ਦੇ ਉੱਤੇ ਉਹ ਆਪਣਾ ਜਿਹੜਾ ਪੱਖ ਪੇਸ਼ ਕਰਨ। ਪਹਿਲੀ ਗੱਲ ਤਾਂ ਜੀ ਸਿਰਫ ਰਾਹੁਲ ਗਾਂਧੀ ਜੀ ਨੂੰ ਨਹੀਂ ਡਿਸਕੁਆਲੀਫਾਈ ਕੀਤਾ ਗਿਆ, ਲੱਖਾਂ ਲੋਕਾਂ ਦੀ ਆਵਾਜ਼ ਨੂੰ ਡਿਸਕੁਆਲੀਫਾਈ ਕੀਤਾ ਗਿਆ ਜਿਨ੍ਹਾਂ ਨੂੰ ਰਾਹੁਲ ਜੀ ਰੈਪਰੈਜ਼ੈਂਟ ਕਰਦੇ ਸੀ ਤੇ ਜਿਨ੍ਹਾਂ ਲਈ ਬੋਲਦੇ ਸੀਗੇ। ਮੈਨੂੰ ਇਹ ਬੀਜੇਪੀ ਦੱਸੇ ਵੀ ਜਦੋਂ ਸੈਂਟੈਂਸ ਸਸਪੈਂਡ ਹੋ ਗਿਆ ਸੀ ਰਾਹੁਲ ਜੀ ਦਾ ਥੱਲੇ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ, ਉਹ ਤੋਂ ਬਾਅਦ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਸੈਂਟੈਂਸ ਹੈਜ਼ ਆਲਰੇਡੀ ਬੀਨ ਸਸਪੈਂਡਡ ਟਿਲ ਦ ਡਿਸਪੋਜ਼ਲ ਆਫ ਦੀ ਅਪੀਲ। ਇੰਨੀ ਕਾਹਲੀ ਕਰਨ ਦੀ ਲੋੜ ਕੀ ਸੀ? What was the reason to show so much haste? There's one reason behind that. ਅਡਾਨੀ ਇਸ਼ੂ ਤੇ ਰਾਹੁਲ ਜੀ ਸਵਾਲਾਤ ਖੜੇ ਕਰ ਰਹੇ ਸੀਗੇ, JPC ਦੀ ਪ੍ਰੋਬ ਡਿਮਾਂਡ ਕਰ ਰਹੇ ਸੀਗੇ, ਸੰਸਦ ਤੋਂ ਲੈ ਕੇ ਸੜਕ ਤੱਕ ਇਹਦੀ ਆਵਾਜ਼ ਉਠਾ ਰਹੇ ਸੀਗੇ, ਤਾਂ ਕਰਕੇ ਰਾਹੁਲ ਜੀ ਦੇ ਖਿਲਾਫ ਇਹ ਕੇਸ ਕੀਤਾ ਗਿਆ।
ਡਿਸਕੁਆਲੀਫਿਕੇਸ਼ਨ ਹੋਈ, ਇਨ ਹੇਸਟ ਹੋਈ। ਜਦੋਂ ਸਾਨੂੰ ਕਾਨੂੰਨ ਆਪਸ਼ਨ ਦਿੰਦਾ ਹੈ ਇਹ ਫੈਸਲੇ ਨੂੰ ਅਪੀਲ ਕਰਨ ਦਾ, ਦੇਖੋ ਮੈਜਿਸਟ੍ਰੇਟ ਤੋਂ ਬਾਅਦ ਆਨਰੇਬਲ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਅਪੀਲ ਹੋ ਸਕਦਾ ਹੈ, ਫਿਰ ਹਾਈ ਕੋਰਟ ਦੇ ਵਿੱਚ, ਫਿਰ ਸੁਪਰੀਮ ਕੋਰਟ ਦੇ ਵਿੱਚ, ਫਿਰ ਰਿਵਿਊ ਪਟੀਸ਼ਨ, ਫਿਰ ਕਿਊਰੇਟਿਵ ਪਟੀਸ਼ਨ, ਫਿਰ ਮਰਸੀ ਪਟੀਸ਼ਨ, ਫਿਰ ਰਿਵਿਊ ਆਫ ਮਰਸੀ ਪਟੀਸ਼ਨ। ਜਦੋਂ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਅਪੀਲ ਇਜ਼ ਔਨ ਦ ਵੇ, ਸੈਂਟੈਂਸ ਹੈਜ਼ ਬੀਨ ਸਸਪੈਂਡਡ, ਫਿਰ ਇੰਨੀ ਕਾਲੀ ਕਿਉਂ ਕੀਤੀ? ਤੇ ਉਹ ਤੋਂ ਬਾਅਦ ਵਾਇਲੇਸ਼ਨ ਹੋਈ ਹੈ ਕਾਨੂੰਨ ਦੀ, ਲਾਅ ਦੀ। ਆਰਟੀਕਲ 103 ਕਹਿੰਦਾ ਹੈ ਕਿ ਦੇਸ਼ ਦੇ ਪ੍ਰੈਜ਼ੀਡੈਂਟ ਨੂੰ, ਰਾਸ਼ਟਰਪਤੀ ਨੂੰ ਇਹ ਮੈਟਰ ਰეკਮੈਂਡ ਕਰਨਾ ਪੈਂਦਾ ਹੈ। ਇਲੈਕਸ਼ਨ ਕਮਿਸ਼ਨ ਤੋਂ ਓਪੀਨੀਅਨ ਲੈਂਦੇ ਆ, ਉਹ ਤੋਂ ਬਾਅਦ ਫੈਸਲਾ ਲੈਂਦੇ ਆ ਵੀ ਮੈਂਬਰ ਨੂੰ ਡਿਸਕੁਆਲੀਫਾਈ ਕਰਨਾ ਹੈ ਕਿ ਨਹੀਂ ਕਰਨਾ। ਇਹਨਾਂ ਨੇ ਸਿੱਧਾ ਹੀ ਕਰਤਾ। ਸੋ ਲਾਅ ਜੇ ਕਿਸੇ ਨੇ ਵਾਇਲੇਟ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ। ਦੂਜਾ ਕਾਰਨ ਇਹ ਅਡਾਨੀ ਇਸ਼ੂ ਕਿਉਂ ਹੋਇਆ, ਡਿਸਕੁਆਲੀਫਿਕੇਸ਼ਨ ਕਿਉਂ ਹੋਈ? ਇਹ ਚਾਹੁੰਦੇ ਸੀਗੇ ਕਿ ਡਾਇਵਰਟ ਹੋ ਸਕੇ ਅਟੈਂਸ਼ਨ। ਰਾਹੁਲ ਜੀ ਨੂੰ ਡਿਸਕੁਆਲੀਫਾਈ ਕਰਕੇ ਅਡਾਨੀ ਇਸ਼ੂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੇ ਸਮੂਥਲੀ। ਲੇਕਿਨ ਇਹਨਾਂ ਨੂੰ ਦੱਸ ਦਈਏ ਇਹ ਤੋਂ ਬਾਅਦ ਆਵਾਜ਼ ਬੁਲੰਦ ਵੀ ਹੋਊਗੀ, ਉੱਚੀ ਵੀ ਹੋਊਗੀ ਤੇ ਮੁੱਦੇ ਹੋਰ ਵੀ ਚੱਕਾਂਗੇ। ਮੈਨੂੰ ਬੀਜੇਪੀ ਇੱਕ ਹੋਰ ਗੱਲ ਦੱਸੇ, ਕਾਨੂੰਨ ਸਿਰਫ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਲਈ ਹੈ, ਜਿਹੜੇ ਤੁਹਾਡੇ ਨਾਲ ਡਿਸੈਂਟ ਕਰਦੇ ਹੈ, ਮਤਭੇਦ ਰੱਖਦੇ ਹੈ, ਤੁਹਾਨੂੰ ਸਵਾਲ ਖੜੇ ਕਰਦੇ ਹੈ, ਕਿਉਂਕਿ ਬੀਜੇਪੀ ਦੇ ਲੀਡਰਸ ਨੇ ਸਾਡੇ ਲੀਡਰਾਂ ਲਈ, ਕਾਂਗਰਸ ਦੇ ਲੀਡਰਾਂ ਲਈ ਸ਼ਬਦ ਦਾ ਪ੍ਰਯੋਗ ਕੀਤਾ ਜਿਵੇਂ ਡਾਇਨ, ਸਦਾਮ, ਪੱਪੂ। ਰੇਨਕੋਟ ਪਹਿਨ ਕੇ ਨਹਾਣਾ कैसे है? ਕਿਸੇ ਬੀਜੇਪੀ ਲੀਡਰ ਦੇ ਖਿਲਾਫ ਕੋਈ ਦਰਖਾਸਤ ਵੀ ਆਈ, ਕੋਈ ਕੰਪਲੇਂਟ, ਕੋਈ ਐਕਸ਼ਨ, ਕੋਈ ਪਰਚਾ, ਕੋਈ? ਮੈਂ ਕਹਿੰਦਾ ਸਿਰਫ ਡੈਫਾਮੇਟਰੀ, ਡੈਰੋਗੇਟਰੀ, ਡਿਮੀਨਿੰਗ ਬਿਆਨ ਨਹੀਂ ਸੀ, ਉਹ ਐਸੇ ਬਿਆਨ ਵੀ ਸੀ ਜਿਹਦੇ ਕਰਕੇ ਲੋਕ ਉਕਸਾਏ ਜਾ ਰਹੇ ਸੀਗੇ ਟੂ ਟੇਕ ਦ ਲਾਅ ਇਨਟੂ देयर ਹੈਂਡਸ, ਤੇ ਉਹਦੇ ਬਾਵਜੂਦ ਕੋਈ ਐਕਸ਼ਨ ਨਹੀਂ। ਦੂਜੀ ਗੱਲ, ਬੀਜੇਪੀ ਦੇ ਅਕੋਰਡਿੰਗ ਟੂ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ਸਭ ਤੋਂ ਜ਼ਿਆਦਾ ਸਿਟਿੰਗ ਐਮਪੀਜ਼ ਨੇ ਜਿਨ੍ਹਾਂ ਖਿਲਾਫ ਸਭ ਤੋਂ ਜ਼ਿਆਦਾ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ, ਉਹ ਵੀ ਛੋਟੇ ਮੋਟੇ ਨਹੀਂ, ਸੀਰੀਅਸ ਆਫੈਂਸਿਸ, ਹੀਨੀਅਸ ਕ੍ਰਾਈਮਸ ਫਰੋਮ many years, despite that they have not been suspended or disqualified from the Lok Sabha। ਐਂਡ ਅਗਲੀ ਗੱਲ ਇਹ ਹੈ ਕਿ ਇਹ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਚਾਹੁੰਦੇ ਨਾ ਸਵਾਲ ਹੋਣ, ਨਾ ਡਿਸਕਸ਼ਨ ਹੋਵੇ, ਨਾ ਡਿਬੇਟ ਹੋਵੇ। ਲੋਕਤੰਤਰ ਨੂੰ ਡੰਡਾ ਤੰਤਰ ਤੇ ਭੈ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਭਾਰਤੀ ਜਨਤਾ ਪਾਰਟੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੇ ਵਿੱਚ ਜੇ ਬੀਜੇਪੀ ਦੇ ਖਿਲਾਫ ਕਿਸੇ ਨੇ ਵੀ ਆਵਾਜ਼ ਚੱਕੀ ਹੈ, ਜੇ ਸਦਨ ਚੱਕੀ ਹੈ, ਹੀ ਹੈਜ਼ ਬੀਨ ਡਿਸਕੁਆਲੀਫਾਈਡ। ਜੇ ਸੜਕ ਤੇ ਚੱਕੀ ਹੈ ਤਾਂ ਪਰਚਾ ਹੋਇਆ। ਪਵਨ ਖੇੜਾ ਸਾਹਿਬ ਦਾ ਐਗਜ਼ਾਮਪਲ ਬਹੁਤ ਰੀਸੈਂਟ ਹੈ। ਉਹ ਤੋਂ ਬਾਅਦ ਰਿਲੀਫ ਲੈਣਾ ਪਿਆ ਆਨਰੇਬਲ ਸੁਪਰੀਮ ਕੋਰਟ ਤੋਂ, ਤੇ ਇੰਸਟੈਂਟਲੀ ਰਿਲੀਫ ਵੀ ਮਿਲਿਆ। ਦੇਸ਼ ਦੀ ਕੋਈ ਆਪੋਜੀਸ਼ਨ ਪਾਰਟੀ ਨਹੀਂ ਜਿਹਦੇ ਖਿਲਾਫ ਆਈਟੀ, ਈਡੀ, ਸੀਬੀਆਈ, ਸੈਬੀ ਦਾ ਕੇਸ ਪੈਂਡਿੰਗ ਨਾ ਹੋਵੇ। ਲੇਕਿਨ ਬੀਜੇਪੀ ਕੋਲੇ ਕੋਈ ਐਸੀ ਵਾਸ਼ਿੰਗ ਮਸ਼ੀਨ ਹੈ, ਕੋਈ ਡਿਟਰਜੈਂਟ ਪਾਊਡਰ ਹੈ, ਜਦੋਂ ਉਹ ਪਾਰਟੀ ਚੋਂ ਇਹਨਾਂ ਦੀ ਪਾਰਟੀ 'ਚ ਬੰਦਾ ਆ ਜਾਂਦਾ ਹੈ, ਫॉर ਐਗਜ਼ਾਮਪਲ ਸੁਵੇਂਦੂ ਅਧਿਕਾਰੀ, ਮੁਕੁਲ ਰॉय, ਨਾਰਾਇਣ ਰਾਣੇ, ਹੋਰ ਬਹੁਤ ਸਾਰੇ ਲੀਡਰਸ ਨੇ, ਸਾਰੇ ਦਾਗ ਸਾਫ਼ ਹੋ ਜਾਂਦੇ ਆ। ਦਾਗ ਅੱਛੇ ਹੈ ਬੀਜੇਪੀ ਦੀ, ਇਹ ਬੇਸਿਕਲੀ ਆਪਣਾ ਟਰਮ ਹੈ। ਤੇ ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਲੀਡਰ ਨਹੀਂ ਹੈ ਜਿਹਦੇ ਖਿਲਾਫ ਅਲੈਜਡਲੀ ਇੱਕ ਵੀ ਈਡੀ ਦਾ ਕੇਸ ਹੋਵੇ। ਇੱਕ ਵੀ ਲੀਡਰ, ਇਹ ਪੋਸੀਬਲ ਹੈ? ਕ੍ਰਿਮੀਨਲ ਕੇਸ ਸਭ ਤੋਂ ਜ਼ਿਆਦਾ, ਈਡੀ ਦਾ ਇੱਕ ਵੀ ਕੇਸ ਨਹੀਂ ਹੈਗਾ। ਦੂਜੀ ਗੱਲ, ਮਮਤਾ ਬੈਨਰਜੀ ਦੇ ਨੈਫਿਓ ਅਭਿਸ਼ੇਕ ਬੈਨਰਜੀ, ਐਮਕੇ ਸਟਾਲਿਨ ਸਾਹਿਬ ਦੀ ਬੇਟੀ, ਸ਼ਰਦ ਪਵਾਰ, ਚਰਨਜੀਤ ਚੰਨੀ ਸਾਹਿਬ, ਅਰਵਿੰਦ ਕੇਜਰੀਵਾਲ ਸਾਹਿਬ, ਹੋਰ ਬਹੁਤ ਸਾਰੇ ਲੀਡਰਸ ਨੇ ਆਪੋਜੀਸ਼ਨ ਪਾਰਟੀਆਂ ਦੇ। ਦੋਜ਼ ਹੈਵ ਬੀਨ ਫਰੇਮਡ ਬਾਈ ਥੀਸ ਏਜੰਸੀਜ਼ ਬਿਕੋਜ਼ ਸਾਰੇ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀ, ਸਵਾਲ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਲੋਕਤੰਤਰ ਦੇ ਵਿੱਚ। ਵਰਲਡਸ ਲਾਰਜੈਸਟ ਡੈਮੋਕ੍ਰੇਸੀ ਦੇ ਵਿੱਚ ਇਫ ਯੂ ਆਸਕ ਅ ਕੁਐਸਚਨ you will be taken an action against is what the BJP is trying to tell us। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਨੇ ਦੂਜੀ ਚੀਜ਼ ਜਿਹੜੀ ਗਲਤ ਕੀਤੀ ਹੈ ਉਹ ਇਹ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਇਹ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਚੁੱਪ ਕਰ ਜੂਗੀ। ਇਹ ਤੋਂ ਬਾਅਦ ਸਦਨ ਤੋਂ ਲੈ ਕੇ ਸੜਕ ਤੱਕ ਆਵਾਜ਼ ਬੁਲੰਦ ਹੋਊਗੀ, ਜੇਪੀਸੀ ਪ੍ਰੋਬ ਦੀ ਡਿਮਾਂਡ ਹੋਰ ਵੀ ਉੱਚੀ ਹੋਊਗੀ, ਕਿਉਂਕਿ ਅਡਾਨੀ ਜੀ ਜਦੋਂ ਸੈਕੰਡ ਰਿਚੈਸਟ ਪਰਸਨ ਬਣੇ ਦੁਨੀਆ ਦੇ ਵਿੱਚ, ਦੂਜੇ ਨੰਬਰ ਤੇ ਸੀ ਪੂਰੀ ਦੁਨੀਆ ਦੇ ਵਿੱਚ, ਅਮੀਰ ਇੰਨੇ ਸੀਗੇ, ਤੇ ਹਿੰਦੁਸਤਾਨ ਦੇ ਵਿੱਚ ਟੌਪ 10 ਟੈਕਸ ਪੇਅਰਾਂ 'ਚ ਉਹਨਾਂ ਦਾ ਨਾਮ ਨਹੀਂ ਸੀ। ਤੇ ਦੂਜਾ ਸਵਾਲ ਜੋ ਰਾਹੁਲ ਜੀ ਪੁੱਛਦੇ ਆ ਵੀ 20,000 ਕਰੋੜ ਇਹ ਸ਼ੈਲ ਕੰਪਨੀਆਂ ਦੇ ਵਿੱਚ ਕਿੱਥੋਂ ਆਏ, ਇਹ ਚੀਜ਼ ਦਾ ਜਵਾਬ ਦੇ ਦਿਓ। ਬੀਜੇਪੀ ਸਾਨੂੰ ਇਹ ਦੱਸੇ ਕਿ ਪ੍ਰੋਬ ਕਰਾਉਣ ਦੇ ਵਿੱਚ ਇੰਨੀ ਦਿੱਕਤ ਕਿਉਂ ਹੈ? ਨਿਰਦੋਸ਼ ਹੋਏ ਤਾਂ ਨਿਰਦੋਸ਼ ਪਾਏ ਜਾਣਗੇ, ਗਿਲਟੀ ਹੋਏ ਤਾਂ ਗਿਲਟੀ ਪਾਏ ਜਾਣਗੇ, ਤੁਸੀਂ ਕਾਰਵਾਈ ਤਾਂ ਕਰਵਾਓ। ਉਹ ਤੋਂ ਬਾਅਦ ਮੇਹੁਲ ਚੋਕਸੀ ਜੀ ਦੇ ਖਿਲਾਫ ਵੀ ਜਿਹੜਾ ਰੈੱਡ ਕਾਰਨਰ ਨੋਟਿਸ ਸੀਗਾ ਇੰਟਰਪੋਲ ਦੁਆਰਾ ਇਸ਼ੂਡ, ਉਹ ਵੀ ਵਿਡਰਾਅ ਹੋ ਚੁੱਕਿਆ। ਸੋ ਦੋ ਮੁੱਖ ਕਾਰਨਾਂ ਕਰਕੇ ਰਾਹੁਲ ਜੀ ਡਿਸਕੁਆਲੀਫਾਈ ਹੋਏ ਹੈ।
ਪਹਿਲਾ ਕਾਰਨ ਅਟੈਂਸ਼ਨ ਡਾਇਵਰਟ ਅਡਾਨੀ ਇਸ਼ੂ ਤੋਂ ਰਾਹੁਲ ਜੀ ਵੱਲ। ਦੂਜਾ ਕਾਰਨ ਰਾਹੁਲ ਜੀ ਬੁਲੰਦ ਆਵਾਜ਼ ਦੇ ਵਿੱਚ ਵਾਰ-ਵਾਰ ਸਦਨ ਦੇ ਵਿੱਚ ਇਹ ਡਿਮਾਂਡ ਕਰਦੇ ਸੀ। ਉਦੋਂ ਕੀ ਹੁੰਦਾ ਸੀਗਾ, ਸਟੇਟਮੈਂਟਸ ਐਕਸਪੰਜ, ਸਟੇਟਮੈਂਟ ਹੀ ਉਡਾ ਦਿੱਤੀਆਂ ਗਈਆਂ। ਦੂਜੀ ਚੀਜ਼ ਕੀ ਹੁੰਦੀ ਸੀਗੀ, ਮਾਈਕ ਆ ਜਿਹੜੇ ਮੇਰੇ ਮੂਹਰੇ ਪਏ ਮਿਊਟ ਹੋ ਜਾਂਦੇ ਸੀਗੇ, ਪਾਰਲੀਮੈਂਟ ਦੇ ਵਿੱਚ ਮਾਈਕ ਮਿਊਟ ਹੋ ਜਾਂਦੇ ਸੀ। ਤੀਜੀ ਚੀਜ਼ ਕੀ ਹੁੰਦੀ ਸੀ, ਵਿਦਿਨ ਮਿੰਟਸ ਵੈਨ ਮਿਸਟਰ ਗਾਂਧੀ ਯੂਜ਼ਡ ਟੂ ਵਾਕ ਇਨਟੂ ਦ ਪਾਰਲੀਮੈਂਟ, ਉਹ ਸੈਸ਼ਨ ਹੀ ਅਡਜਰਨ ਹੋ ਜਾਂਦਾ ਸੀਗਾ, ਸੈਸ਼ਨ ਅਡਜਰਨ ਕਰ ਦਿੰਦੇ ਸੀਗੇ, ਕਿਉਂਕਿ ਬੀਜੇਪੀ ਸਵਾਲ ਸੁਣਨਾ ਨਹੀਂ ਚਾਹੁੰਦੀ। ਤੇ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਜੋ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੈ, ਬੀਜੇਪੀ ਨੂੰ ਪੁੱਛੋ ਵੀ ਸਵਾਲਾਂ ਤੋਂ ਕਿਉਂ ਡਰ ਰਹੇ ਹੋ, ਲੋਕਤੰਤਰ ਦੇ ਵਿੱਚ ਕਿਉਂ ਡਰ ਰਹੇ ਹੋ? ਸਵਾਲ ਤਾਂ ਸੁਣੋ, ਲੋਕਤੰਤਰ ਹੈ, ਤੁਹਾਡੀ ਸਰਕਾਰ ਹੈ, ਜਵਾਬ ਦਿਓ। ਜਾਂ ਕਹਿ ਦਿਓ ਸਾਡੇ ਕੋਲ ਜਵਾਬ ਹੈ ਨਹੀਂ। ਤੁਸੀਂ ਕਾਰਵਾਈ ਕਰ ਰਹੇ ਹੋ 95% ਕੇਸਿਸ ਜੋ ਈਡੀ ਸੀਬੀਆਈ ਰਜਿਸਟਰ ਕਰਦੀ ਹੈ ਉਹ ਆਪੋਜੀਸ਼ਨ ਪਾਰਟੀਆਂ ਦੇ ਖਿਲਾਫ ਹੈ। ਕਨਵਿਕਸ਼ਨ ਰੇਟ ਕੀ ਹੈ ਈਡੀ ਦਾ? 0.05% ਅਲੈਜਿਡਲੀ। 2014 ਤੋਂ ਲੈ ਕੇ 2023 ਤੱਕ ਈਡੀ ਨੇ ਕਿੰਨੇ ਕੇਸਿਸ ਅਲੈਜਿਡਲੀ ਡਿਸਪੋਜ਼ ਆਫ ਕੀਤੇ, ਖਤਮ ਕੀਤੇ? 25 ਕੇਸਿਸ। ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਰੇਡ ਕੀਤੀ? ਹਜ਼ਾਰਾਂ ਦੇ ਵਿੱਚ। ਤੇ ਕਿੰਨੇ ਕੇਸਾਂ ਦੇ ਵਿੱਚ ਉਹ ਸਜ਼ਾ ਹੋ ਸਕੀ? ਸਿਰਫ ਔਰ ਸਿਰਫ ਅਰਾਊਂਡ 10-15 ਦੇ। ਸੋ ਇਹ ਹਾਲਾਤ ਬਣੇ ਪਏ ਹੈ, ਇਹ ਪ੍ਰੈਜ਼ੈਂਟ ਸਟੇਟ ਆਫ ਅਫੇਅਰਸ ਹੈ ਜਿਹਨੂੰ ਬਦਲਣ ਦੀ ਲੋੜ ਹੈ। ਅਸੀਂ ਅਪੀਲ ਕਰਦੇ ਹਾਂ ਕਿ ਮੀਡੀਆ ਆਪਦੀ ਜ਼ਿੰਮੇਵਾਰੀ ਦੇ ਵਿੱਚ ਮੇਕ ਸ਼ੋਰ ਕਰੇ, ਪਰਫਾਰਮ ਕਰੇ ਤੇ ਭਾਰਤੀ ਜਨਤਾ ਪਾਰਟੀ ਨੂੰ ਬੇਖੌਫ ਹੋ ਕੇ ਸਵਾਲ ਪੁੱਛੇ ਵੀ ਅਡਾਨੀ ਇਸ਼ੂ ਤੇ ਤੁਸੀਂ ਪ੍ਰੋਬ ਕਿਉਂ ਨਹੀਂ ਡਿਮਾਂਡ ਕਰਨਾ ਚਾਹੁੰਦੇ ਤੇ ਰਾਹੁਲ ਗਾਂਧੀ ਜੀ ਤੋਂ ਇੰਨਾ ਡਰ ਕਿਉਂ ਲੱਗਦਾ? ਪਹਿਲਾਂ ਮੈਂਬਰਸ਼ਿਪ ਖੋਣ ਦੀ ਕੋਸ਼ਿਸ਼ ਕੀਤੀ, ਬੰਗਲਾ ਖੋਣ ਦੀ ਕੋਸ਼ਿਸ਼ ਕੀਤੀ। ਉਹ ਜਿਹੜੇ ਸੱਚਾਈ ਦੇ ਨਾਲ ਖੜਦੇ ਹੈ, ਸੱਚਾਈ ਦੇ ਲਈ ਲੜਦੇ ਹੈ, ਉਹਨਾਂ ਦਾ ਬੰਗਲਾ ਵੀ ਖੋਲੋ, ਉਹਨਾਂ ਦਾ ਸਭ ਕੁਝ ਖੋਲੋ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਸੋ ਮੇਰੀ ਅਖੀਰਲੀ ਰਿਕੁਐਸਟ ਜਿਹੜੀ ਹੈ ਉਹ ਇਹ ਹੈ ਕਿ ਕਾਨੂੰਨ ਨੂੰ ਬੀਜੇਪੀ ਪੜ੍ਹ ਲੇ। ਡੈਫਾਮੇਸ਼ਨ ਲਈ ਇੱਕ ਇੰਗਰੀਡੀਐਂਟ ਹੈ, ਮੈਂ ਆਪ ਵਕੀਲ ਆਨਰੇਬਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ। ਸੋ ਮੈਲੀਸ਼ੀਅਸ ਇੰਟੈਂਟ ਡੈਫਾਮੇਸ਼ਨ ਦੇ ਵਿੱਚ ਹੋਣਾ ਜ਼ਰੂਰੀ ਹੈ। ਜੇ ਕਿਸੇ ਨੂੰ ਮੈਂ ਡਿਫੇਮ ਕਰਾਂ, ਮੇਰੇ ਮਨ ਦੇ ਵਿੱਚ ਉਹਨੂੰ ਉਹਦੇ ਲਈ ਮਾੜੀ ਇੱਕ ਸੋਚ, ਇੱਕ ਮੈਲੀਸ਼ੀਅਸ ਇੰਟੈਂਟ ਉਹਦੇ ਲਈ ਹੋਣਾ ਜ਼ਰੂਰੀ ਹੈ। ਇੱਥੇ ਤਾਂ ਮੈਲੀਸ਼ੀਅਸ ਇੰਟੈਂਟ ਹੀ ਨਹੀਂ ਸੀ, ਇਟ ਵਾਜ਼ ਅ ਪੋਲੀਟੀਕਲ ਸਟੇਟਮੈਂਟ ਗਿਵਨ ਬਾਈ ਮਿਸਟਰ ਗਾਂਧੀ। ਦੂਜੀ ਗੱਲ, was it even referred to Mr. ਪੁਰਨੇਸ਼ ਮੋਦੀ? ਇਹ ਪੁਰਨੇਸ਼ ਮੋਦੀ ਜੀ ਨੂੰ ਰੈਫਰ ਹੀ ਨਹੀਂ ਕੀਤੀ ਗਈ ਸੀ, ਉਹਦੇ ਬਾਵਜੂਦ ਉਹ ਕੰਪਲੇਨੈਂਟ ਬਣ ਗਏ। ਹਾਲਾਂਕਿ ਡੈਫਾਮੇਸ਼ਨ ਦੇ ਕੇਸਿਸ ਦੇ ਵਿੱਚ ਕੰਪਲੇਨੈਂਟ ਉਹ ਬਣ ਸਕਦਾ ਜਿਹਨੂੰ ਸਟੇਟਮੈਂਟ ਰੈਫਰ ਕੀਤੀ ਗਈ ਹੋਵੇ, ਇੱਥੇ ਰੈਫਰ ਹੀ ਨਹੀਂ ਕੀਤੀ ਗਈ ਸੀ। ਸੋ ਬਹੁਤ ਸਵਾਲ ਨੇ। ਆਨਰੇਬਲ ਡਿਸਟ੍ਰਿਕਟ ਕੋਰਟ ਦੇ ਵਿੱਚ ਅਪੀਲ ਦਾਇਰ ਹੋ ਗਈ ਹੈ, ਸਾਡਾ ਸੈਂਟੈਂਸ ਵੀ ਉੱਥੇ ਸਸਪੈਂਡ ਹੋ ਗਿਆ। ਪਹਿਲਾਂ ਮੈਜਿਸਟ੍ਰੇਟ ਸਾਹਿਬ ਨੇ ਕੀਤਾ 30 ਦਿਨਾਂ ਲਈ, ਉਹ ਤੋਂ ਬਾਅਦ ਆਨਰੇਬਲ ਡਿਸਟ੍ਰਿਕਟ ਕੋਰਟ ਨੇ ਵੀ ਸਾਡਾ ਸੈਂਟੈਂਸ ਸਸਪੈਂਡ ਕਰਤਾ। ਜਿੰਨਾ ਚਿਰ ਅਪੀਲ ਡਿਸਪੋਜ਼ ਆਫ ਨਹੀਂ ਹੁੰਦੀ, ਖਤਮ ਨਹੀਂ ਹੁੰਦੀ, ਚਾਹੇ ਸਜ਼ਾ ਹੋਵੇ ਵਧੇ, ਚਾਹੇ ਸਜ਼ਾ ਖਤਮ ਹੋਵੇ, ਚਾਹੇ ਅਮੈਂਡ ਹੋਵੇ। ਸੋ ਦੇਅਰਫੋਰ ਕਾਨੂੰਨ ਦੀ ਲੜਾਈ ਵੀ ਪੂਰੇ ਪੁਰਜ਼ੋਰ ਤਰੀਕੇ ਨਾਲ ਲੜਾਂਗੇ ਤੇ ਪੋਲੀਟੀਕਲ ਲੜਾਈ ਵੀ ਪੂਰੇ ਪੁਰਜ਼ੋਰ ਤਰੀਕੇ ਨਾਲ ਲੜਾਂਗੇ। ਇਹ ਕਹਿ ਕੇ ਮੈਂ ਥੋੜਾ ਧੰਨਵਾਦ ਕਰਦਾ ਤੇ ਰੰਧਾਵਾ ਸਾਹਿਬ ਨੂੰ ਕਹੂੰਗਾ ਇੱਥੋਂ